ਰਿਆਸਤ ਫਰੀਦਕੋਟ ਦਾ ਇਤਿਹਾਸ ਅਤੇ ਇਤਿਹਾਸਿਕ ਇਮਾਰਤਾਂ। ਭਾਗ ਚੌਥਾ। ਸਮਾਜਿਕ ਅਤੇ ਆਰਥਿਕ ਹਾਲਾਤ। ਹਾਕਮ ਆਪਣੇ ਲੋਕਾਂ ਨੂੰ ਦਿਸ਼ਾ ਤਾਂ ਦੇ ਸਕਦਾ ਸੀ, ਪਰ ਅਸਲ ਵਿੱਚ ਰਿਆਸਤ ਰੂਪੀ ਇਮਾਰਤਾਂ ਦੀ ਨੀਂਹ ਦੀਆਂ ਇੱਟਾਂ ਹੁੰਦੇ ਹਨ ਇਸ ਦੇ ਲੋਕ। ਫਰੀਦਕੋਟ ਰਿਆਸਤ ਦੇ ਲੋਕਾਂ ਬਾਰੇ ਭਾਵੇਂ ਬਹੁਤੀ ਜਾਣਕਾਰੀ ਉਪਲਬਧ ਨਹੀਂ ਹੈ, ਪਰ ਜਿੰਨੀ ਕੁ ਵੀ ਹੈ ਉਹ ਇਸ ਤਰ੍ਹਾਂ ਹੈ। ਆਬਾਦੀ ਅਤੇ ਇਸ ਦੀ ਬਣਤਰ। ਫਰੀਦਕੋਟ ਰਿਆਸਤ ਦੇ ਇਤਿਹਾਸ ਦੇ ਕੁਝ ਪੜਾਵਾਂ 'ਤੇ ਸਾਨੂੰ ਇਸ ਤਰ੍ਹਾਂ ਦੀ ਆਬਾਦੀ ਬਾਰੇ ਛੋਟੀ-ਮੋਟੀ ਜਾਣਕਾਰੀ ਮਿਲਦੀ ਹੈ। ਸੰਨ 1892 ਵਿੱਚ ਇਸ ਦੀ ਆਬਾਦੀ ਕੁੱਲ 97,034 ਸੀ ਅਤੇ ਅਗਲੇ 2 ਦਹਾਕਿਆਂ ਦੇ ਵਿੱਚ ਇਹ ਆਬਾਦੀ ਵੱਧ ਕੇ 1,30,294 ਤੱਕ ਹੋ ਗਈ। ਇਸ ਦਾ ਮਤਲਬ ਇਹ ਹੈ ਕਿ ਪ੍ਰਤੀ ਵਰਗ ਕਿਲੋਮੀਟਰ 79 ਲੋਕ ਰਹਿੰਦੇ ਸਨ, ਜਦਕਿ ਬਾਕੀ ਪੰਜਾਬ ਵਿੱਚ 68 ਪ੍ਰਤੀ ਵਿਅਕਤੀ ਕਿਲੋਮੀਟਰ ਦੇ ਹਿਸਾਬ ਨਾਲ ਲੋਕ ਰਹਿੰਦੇ ਸਨ ਅਤੇ ਫਰੀਦਕੋਟ ਦੇ ਇਕੱਲੇ ਏਰੀਏ ਦੇ ਵਿੱਚ 79 ਪ੍ਰਤੀ ਵਰਗ ਕਿਲੋਮੀਟਰ ਦੇ ਹਿਸਾਬ ਨਾਲ ਲੋਕ ਰਹਿੰਦੇ ਸਨ। ਧਰਮਾਂ ਦੇ ਆਧਾਰ 'ਤੇ ਆਬਾਦੀ ਦੀ ਬਣਤਰ ਇਸ ਤਰ੍ਹਾਂ ਸੀ। ਸਿੱਖ ਜਿਹੜੇ ਸਨ 42%, ਹਿੰਦੂ ਜਿਹੜੇ ਸਨ 28%, ਮੁਸਲਮਾਨ 28%, ਜੈਨ 0.3 ਅਤੇ ਈਸਾਈ ਜਿਵੇਂ ਕਿ ਨਾਮਾਤਰ 0.46% ਸੀ। ਸਾਰੀ ਵਸੋਂ ਦੇ ਵਿੱਚੋਂ ਤਕਰੀਬਨ 17% ਜਿਹੜੇ ਲੋਕ ਸਨ ਫਰੀਦਕੋਟ ਅਤੇ ਕੋਟਕਪੂਰੇ ਦੇ ਇਲਾਕੇ 'ਚ ਰਹਿੰਦੇ ਸਨ। ਬਹੁ ਗਿਣਤੀ ਮੁਸਲਮਾਨ ਦੀ ਸੀ। ਹਿੰਦੂ ਅਤੇ ਸਿੱਖ ਕ੍ਰਮਵਾਰ 37% ਸਨ। ਪਿੰਡਾਂ ਵਿੱਚ ਸਿੱਖਾਂ ਦੀ ਵਸੋਂ ਜ਼ਿਆਦਾ ਸੀ ਅਤੇ ਹਿੰਦੂ ਅਤੇ ਮੁਸਲਮਾਨ ਜ਼ਿਆਦਾਤਰ ਫਰੀਦਕੋਟ ਅਤੇ ਕੋਟਕਪੂਰ ਦੇ ਇਲਾਕਿਆਂ 'ਚ ਰਹਿੰਦੇ ਸਨ। ਕਬੀਲੇ ਅਤੇ ਜਾਤਾਂ ਮੁਤਾਬਕ ਮੁਕਾਬਲਤਨ ਜੱਟਾਂ ਦੀ ਗਿਣਤੀ ਜਿਹੜੀ ਉਹ ਸਭ ਤੋਂ ਵੱਧ ਸੀ। ਇਹਨਾਂ ਵਿੱਚੋਂ ਸਭ ਤੋਂ ਵੱਧ ਜੱਟ ਸਿੱਖ ਸਨ ਜੋ ਕਿ ਸਿੱਧੂ ਗੋਤ ਨਾਲ ਸੰਬੰਧ ਰੱਖਦੇ ਸਨ। ਹਾਕਮ ਵੰਸ਼ ਬਾਰੇ ਇਸ ਜਾਤੀ ਨਾਲ ਸੰਬੰਧਿਤ ਵੀ ਸੀ। ਇਹਨਾਂ ਤੋਂ ਇਲਾਵਾ ਰਿਆਸਤ ਵਿੱਚ ਗਿੱਲ, ਸਿੱਧੂ, ਢਿੱਲੋਂ, ਧਾਲੀਵਾਲ ਗੋਤ ਦੇ ਜਿਹੜੇ ਜੱਟ ਸਿੱਖ ਪਾਏ ਜਾਂਦੇ ਸਨ, ਪਰ ਕਿਤੇ ਵੀ ਸਿੱਖ ਗੋਤ ਦੇ ਜੱਟਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਬ੍ਰਾਹਮਣ ਸਾਰੀ ਆਬਾਦੀ ਦੀ ਮਾਤਰ 0.26% ਹੀ ਸਨ। ਵਪਾਰੀ ਵਰਗ ਵਿੱਚ ਖੱਤਰੀਆਂ ਦੀ ਗਿਣਤੀ 1700 ਸੀ, ਜਿਹੜੇ ਅਰੋੜੇ ਸਨ ਉਹ 2863 ਸਨ ਅਤੇ ਬਾਣੀਆਂ ਦੀ ਗਿਣਤੀ 3318 ਸੀ। ਬਾਣੀਏ ਬਹੁਤੇ ਅਗਰਵਾਲ ਗੋਤ ਦੇ ਸਨ। ਫਰੀਦਕੋਟ ਵਿੱਚ ਸਿਰਫ ਇੱਕ ਹੀ ਜੈਨ ਪਰਿਵਾਰ ਰਹਿੰਦਾ ਸੀ ਜਿਸ ਦਾ ਕੰਮ ਵੈਦਗਿਰੀ ਦਾ ਸੀ, ਯਾਨੀ ਕਿ ਵੈਦ ਪੂਣਾ ਕਰਨਾ। ਮੁਸਲਮਾਨ ਵਸੋਂ ਵਿੱਚ 4000 ਦੇ ਕਰੀਬ ਰਾਜਪੂਤ, 3200 ਦੇ ਕਰੀਬ ਅਰਾਈ, 300 ਦੇ ਕਰੀਬ ਪਠਾਨ ਅਤੇ 1000 ਦੇ ਕਰੀਬ ਡੋਗਰ ਸਨ। ਜ਼ਾਹਰ ਹੈ ਕਿ ਸ਼ਹਿਰ ਦੇ ਵਿੱਚ ਡੋਗਰ ਬਸਤੀ ਦਾ ਨਾਂ ਡੋਗਰ ਮੁਸਲਮਾਨਾਂ ਕਰਕੇ ਪਿਆ ਹੋਵੇਗਾ। ਸਾਰੇ ਮੁਸਲਮਾਨ ਸੁੰਨੀ ਫਿਰਕੇ ਦੇ ਸਨ ਅਤੇ ਉਹ ਸ਼ੀਆ ਮੁਸਲਮਾਨਾਂ ਨਾਲੋਂ ਕਈ ਜ਼ਿਆਦਾ ਵਖਰੇਵੇਂ ਸਨ। ਜਿਵੇਂ ਕਿ ਈਦਗਾਹ ਡੋਗਰ ਬਸਤੀ ਵਾਲੀ ਮਸਜਿਦ 'ਤੇ ਲਿਖੇ ਅਲੇਖਾਂ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਵਿੱਚ ਪਹਿਲੇ 4 ਖਲੀਫੇ ਅਬੂ ਬਕਰ, ਉਮਰ, ਉਸਮਾਨ, ਅਲੀ ਦੀ ਤੁਲਨਾ ਕਮਰਵਾਰ ਚਿਰਾਗ, ਮਸਜਿਦ, ਮਹਿਰਾਬ ਅਤੇ ਮਿੰਬਰ ਨਾਲ ਕੀਤੀ ਗਈ ਹੈ। ਚਿਰਾਗ ਵਾ ਮਸਜਿਦ ਵਾ ਮਹਿਰਾਬ ਵਾ ਮਿੰਬਰ, ਅਬੂ ਬਕਰ ਵਾ ਉਮਰ ਵਾ ਉਸਮਾਨ ਵਾ ਹੈਦਰ। ਫਰੀਦਕੋਟ ਰਿਆਸਤ ਦੇ ਹੋਰ ਬਸ਼ਿੰਦੇ 3753 ਬਿਓਰੀਓ ਅਤੇ 265 ਸਾਂਸੀ ਸਨ। ਸੰਨ 1921, 1931 ਅਤੇ 1941 ਦੀ ਜਨਗਣਨਾ ਰਿਪੋਰਟਾਂ ਰਿਆਸਤਾਂ ਵਿੱਚ ਸਿੱਖ ਆਬਾਦੀ ਵਿੱਚ ਵਾਧਾ ਦਰਸਾਉਂਦੀਆਂ ਹਨ। 1941 ਵਿੱਚ ਰਿਆਸਤ ਵਿੱਚ ਸਿੱਖਾਂ ਦੀ ਵਸੋਂ ਜਿਹੜੀ 57% ਹੋ ਗਈ ਸੀ। ਇਹ ਵੱਧ ਸਿਰਫ ਫਰੀਦਕੋਟ ਰਿਆਸਤ ਵਾਲੇ ਇਲਾਕਿਆਂ ਵਿੱਚ ਨਹੀਂ ਸਗੋਂ ਸਾਰੇ ਪੰਜਾਬ ਵਿੱਚ ਹੀ ਸੀ। ਪਰ ਸਰ ਵਿਲੀਅਮ ਬਰਟਨ ਦਾ ਵਿਚਾਰ ਹੈ ਕਿ ਇਹ ਵਾਧਾ ਧਰਮ ਪਰਿਵਰਤਨ ਜਾਂ ਮਾਈਗ੍ਰੇਸ਼ਨ ਕਾਰਨ ਨਹੀਂ ਹੋਇਆ ਸੀ। ਸਿੱਖ ਇਸ ਦਾ ਕਾਰਨ ਸੀ। ਸਿੰਘ ਸਭਾ ਲਹਿਰ ਦਾ ਪ੍ਰਭਾਵ, ਜਿਸ ਕਾਰਨ ਵਧੇਰੇ ਸਿੱਖਾਂ ਵਿੱਚ ਹਿੰਦੂਆਂ ਨਾਲੋਂ ਵਖਰੇਵੇਂ ਦੀ ਭਾਵਨਾ ਸਪਸ਼ਟ ਹੋ ਗਈ, ਕਿਉਂਕਿ 1881, 1891 ਅਤੇ 1901 ਦੀ ਜਨਗਣਨਾ ਵਿੱਚ ਸਿੱਖਾਂ ਨੂੰ ਸਿਰਫ ਉਸ ਨੂੰ ਸਿੱਖ ਮੰਨਿਆ ਜਾਂਦਾ ਸੀ ਜਿਸ ਦੇ ਲੰਮੇ ਕੇਸ ਅਤੇ ਲੰਮਾ ਦਾੜਾ ਰੱਖਿਆ ਜਾਂਦਾ ਸੀ ਅਤੇ ਜਿਹੜਾ ਕਿਸੇ ਵੀ ਤਰ੍ਹਾਂ ਦਾ ਤੰਬਾਕੂ ਨੋਸ਼ੀ ਨਸ਼ਾ ਨਹੀਂ ਕਰਦਾ ਸੀ, ਯਾਨੀ ਕਿ ਇਹਨਾਂ ਨਸ਼ਿਆਂ ਤੋਂ ਪਰਹੇਜ਼ ਕਰਦਾ ਸੀ। ਬਾਅਦ ਵਿੱਚ ਜਨਗਣਨਾ ਵਿੱਚ ਇਹ ਛੋਟ ਦੇ ਦਿੱਤੀ ਗਈ ਅਤੇ ਕੋਈ ਵੀ ਵਿਅਕਤੀ ਆਪਣਾ ਧਰਮ ਕੁਝ ਵੀ ਲਿਖਾ ਸਕਦਾ ਸੀ। ਇਸ ਲਈ ਰਿਆਸਤ ਦੀ ਪਾਲਣਾ ਕਰਨਾ ਜ਼ਰੂਰੀ ਨਹੀਂ ਰਿਹਾ। ਰਿਆਸਤ ਦੇ ਸਿਰ ਕੱਢਵੇਂ ਪਰਿਵਾਰ ਸਨ। ਮਹਿਮੂਆਣਾ ਵਾਲੇ ਸਰਦਾਰ, ਪੱਖੀ ਕਲਾਂ ਵਾਲੇ ਸਰਦਾਰ, ਮਚਾਕੀ ਵਾਲੇ ਸਰਦਾਰ ਅਤੇ ਕਪੂਰੇ ਕੇ ਸਰਦਾਰ। ਗੱਲ ਕਰੀਏ ਫਰੀਦਕੋਟ ਰਿਆਸਤ ਦੀ ਭਾਸ਼ਾਵਾਂ ਦੀ। ਰਿਆਸਤ ਦੀ ਬਹੁਗਿਣਤੀ ਦਾ ਬੋਲਚਾਲਾ ਭਾਸ਼ਾ ਮਲਵਈ ਪੰਜਾਬੀ ਵਿੱਚ ਹੀ ਸੀ, ਪਰ ਰਾਜਪੂਤਾਨੇ ਤੋਂ ਪ੍ਰਵਾਸ ਕਰਕੇ ਆਇਆ ਵਪਾਰੀਆਂ ਅਤੇ ਤਤਕਾਲੀਨ ਨਵੀਆਂ ਜਾਤਾਂ ਹਰਿਆਣਵੀ ਅਤੇ ਰਾਜਸਥਾਨ ਦਾ ਮਿਲਗੋਭਾ ਭਾਸ਼ਾ ਬੋਲਦੀਆਂ ਸਨ, ਜੋ ਕਿ ਹੁਣ ਵੀ ਜਾਰੀ ਹੈ। ਲਿਖਣ ਅਤੇ ਪੜ੍ਹਨ ਲਈ ਸਿੱਖ ਧਰਮ ਵਿੱਚ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਸੀ। ਮਹਾਜਨ ਲੰਡੇ ਦੇ
ਰਿਆਸਤ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਅੰਗਰੇਜ਼ੀ ਦਾ ਵੀ ਜ਼ਿਕਰ ਹੈ। ਰਿਆਸਤ ਦਾ ਸਰਕਾਰੀ ਕੰਮ ਉਰਦੂ ਵਿੱਚ ਹੁੰਦਾ ਸੀ ਅਤੇ ਰਿਆਸਤ ਦੇ ਅਨੇਕ ਸਮਰਕਾਂ 'ਤੇ ਲਿਖੇ ਅਭਿਲੇਖ ਜਿਹੜੇ ਆ ਉਰਦੂ ਭਾਸ਼ਾ ਦੇ ਵਿੱਚ ਮਿਲਦੇ ਹਨ। ਫਰੀਦਕੋਟ ਰਿਆਸਤ ਦਾ ਇਤਿਹਾਸ ਆਇਨਾ-ਏ-ਬਰਾੜ ਵੰਸ਼ ਦਾ ਉਰਦੂ ਵਿੱਚ ਲਿਖਿਆ ਜਾਣਾ ਇਹ ਸਿੱਧ ਕਰਦਾ ਹੈ ਕਿ ਉਰਦੂ ਦੀ ਵੀ ਕਾਫੀ ਵਰਤੋਂ ਹੁੰਦੀ ਸੀ। ਅੱਗੇ ਗੱਲ ਕਰਦੇ ਹਾਂ ਫਸਲਾਂ ਦੀ। ਰਿਆਸਤ ਦੀ ਸਿਰਫ ਉਹੀ ਜ਼ਮੀਨ ਜਿਸ ਨੂੰ ਨਹਿਰ ਦਾ ਪਾਣੀ ਲੱਗਦਾ ਸੀ ਸਾਲ ਦੀਆਂ 2 ਫਸਲਾਂ ਦਿੰਦੀ ਸੀ। ਬਾਕੀ ਜਿੰਨੀ ਵੀ ਇਲਾਕੇ ਦੀ ਜ਼ਮੀਨ ਸੀ ਸਿਰਫ ਇੱਕੋ ਫਸਲ ਹੁੰਦੀ ਸੀ, ਉਹ ਵੀ ਬਾਰਿਸ਼ ਦੇ ਪਾਣੀ 'ਤੇ ਨਿਰਭਰ ਹੁੰਦੀ ਸੀ। ਮੁੱਖ ਫਸਲ ਗਰਮੀ ਦੇ ਸ਼ੁਰੂ ਵਿੱਚ ਪੱਕਣ ਵਾਲੀ ਸੀ। ਕਣਕ, ਬਾਜਰਾ, ਛੋਲੇ, ਸਰੋਂ, ਜਵਾਰ, ਮੱਕੀ ਆਦਿ ਬੀਜੇ ਜਾਂਦੇ ਸਨ। ਬਲਦਾਂ ਦੀ ਜੋੜੀ ਨਾਲ ਹੱਲ ਦੀ ਖਿਚਾਈ ਹੁੰਦੀ ਸੀ ਅਤੇ ਵਾਹੀ ਕੀਤੀ ਜਾਂਦੀ ਸੀ। ਹਠਾੜ ਵਿੱਚ ਇਹ ਕੰਮ ਲਈ ਕਈ ਥਾਵਾਂ 'ਤੇ ਊਠਾਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ। ਫਸਲ ਖੇਤ ਤੋਂ ਘਰ ਜਾਂ ਮੰਡੀ ਵਿੱਚ ਲੈ ਕੇ ਜਾਣ ਲਈ ਬੈਲ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ। ਅਕਾਲ ਦੀ ਗੱਲ ਕਰਦੇ ਹਾਂ। ਭੁੱਖਮਰੀ ਜਾਂ ਅਕਾਲ ਕਹਿ ਲਓ। ਸੰਨ 1833, 1848 ਅਤੇ 1860 ਅਤੇ 1899 ਵਿੱਚ ਤਬਾਹੀ ਲਿਆਉਣ ਵਾਲੇ ਅਕਾਲ ਪਏ ਹਨ। ਆਇਨਾ-ਏ-ਬਰਾੜ ਵੰਸ਼ ਦੇ ਮੁਤਾਬਕ ਰਿਆਸਤ ਵਿੱਚ 5 ਸਾਲ ਸੋਕਾ ਰਿਹਾ। ਕਮਾਲ ਦੀ ਗੱਲ ਇਹ ਹੈ ਕਿ ਇੰਨੇ ਵੱਡੇ ਪੱਧਰ 'ਤੇ ਪਏ ਅਕਾਲਾਂ ਵਿੱਚ ਰਿਆਸਤ ਦੀਆਂ ਇਮਾਰਤਾਂ ਦੀ ਉਸਾਰੀ ਵਿੱਚ ਕੋਈ ਵੀ ਅਸਰ ਨਹੀਂ ਪਿਆ, ਕਿਉਂਕਿ ਇਹਨਾਂ ਸਾਲਾਂ ਦੇ ਵਿੱਚ ਹੀ ਰਾਜ ਮਹਿਲ, ਘੰਟਾਘਰ, ਦਰਬਾਰਗੰਜ ਕੋਠੀ, ਪਿੰਡ ਚਾਲ ਵਿਖੇ ਫੇਅਰਜ਼ ਕਾਟੇਜ ਅਤੇ ਸਭ ਇਸੇ ਕਾਲ ਦੌਰਾਨ ਉਸਾਰੇ ਗਏ ਹਨ। 1905-6, 1907-8, 1910-11 ਦੇ ਵਰ੍ਹੇ ਘੱਟ ਵਰਖਾ ਵਾਲੇ ਸਨ। ਅੱਗੇ ਗੱਲ ਕਰਦੇ ਹਾਂ ਮਾਲੀਆ ਦੀ, ਜਿਹਨੂੰ ਅੱਜ ਦੇ ਟਾਈਮ 'ਚ ਚੁੰਗੀ ਕਹਿਣਾ ਜਾਂ ਕਰ ਉਗਾਉਣਾ ਜਾਂ ਇਨਕਮ ਟੈਕਸ ਕਿਹਾ ਜਾਂਦਾ ਵਾ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ 1808 ਵਿੱਚ ਸਾਰੀ ਰਿਆਸਤ ਦਾ ਮਾਲੀਆ ਕੁੱਲ 12 ਤੋਂ 14,000 ਰੁਪਏ ਸੀ। ਖੇਤੀ ਦੀ ਤਰੱਕੀ ਲਈ ਕੀਤੇ ਰਾਜਾ ਪਹਾੜ ਸਿੰਘ ਦੇ ਯਤਨਾਂ ਨਾਲ ਇਹ ਮਾਲੀਆ ਦੁੱਗਣਾ ਤਿੱਗਣਾ ਹੋ ਗਿਆ ਸੀ। ਵਜ਼ੀਰ ਸਿੰਘ ਦੇ ਰਾਜ ਦੇ ਅੰਤ ਸਮੇਂ ਕੁੱਲ ਮਾਲੀਆ 80,000 ਰੁਪਏ ਤੱਕ ਹੋ ਗਿਆ ਸੀ। 1899 ਵਿੱਚ ਰਾਜਾ ਬਿਕਰਮ ਸਿੰਘ ਦੇ ਰਾਜ ਵਿੱਚ ਕੀਤੀ ਗਈ ਲਾਲਾ ਦੌਲਤ ਰਾਮ ਦੀ ਜਮ੍ਹਾਂਬੰਦੀ ਮੁਤਾਬਕ ਮਾਲੀਏ ਦੀ ਦਰ ਹਠਾੜ ਵਿੱਚ 10 ਤੋਂ 13 ਆਨੇ ਪ੍ਰਤੀ ਕਮਾਓ ਅਤੇ ਉਤਾੜ ਵਿੱਚ 11.5 ਤੋਂ 14 ਆਨੇ ਪ੍ਰਤੀ ਕਮਾਓ ਸੀ। ਕੁੱਲ ਮਾਲੀਆ 3.5 ਲੱਖ ਬਣਦਾ ਸੀ। ਚੌਧਰੀ ਕੇਸਰ ਰਾਮ ਨੇ 1907 ਤੋਂ 10 ਦੇ ਅਗਲੇ ਬੰਦੋਬਸਤ ਵਿੱਚ ਇਹ ਰੇਟ ਬਦਲ ਦਿੱਤੇ। ਹੁਣ ਹਠਾੜ ਅਤੇ ਉਤਾੜ ਦੀ ਸਾਰੀ ਜ਼ਮੀਨ 6 ਕਿਸਮਾਂ ਵਿੱਚ ਵੰਡ ਦਿੱਤੀ ਗਈ। ਸਭ ਤੋਂ ਘੱਟ ਦਰ 4 ਆਨੇ ਪ੍ਰਤੀ ਕਮਾਓ ਹਠਾੜ ਦੀ ਬੰਜਰ ਜ਼ਮੀਨ ਸੀ ਅਤੇ ਸਭ ਤੋਂ ਵੱਧ ਉਤਾੜ ਦੀ ਬਿਹਤਰੀਨ ਜ਼ਮੀਨ 1 ਰੁਪਏ ਪ੍ਰਤੀ ਕਮਾਓ ਸੀ। ਨਵੇਂ ਰੇਟ ਨਾਲ ਮਾਲੀਆ 37,493 ਰੁਪਏ ਵੱਧ ਗਿਆ ਅਤੇ ਕੁੱਲ ਆਮਦਨ 3,99,985 ਰੁਪਏ ਹੋ ਗਈ। ਅੱਗੇ ਗੱਲ ਕਰਦੇ ਹਾਂ ਫਰੀਦਕੋਟ ਦੀ ਰਿਆਸਤ ਦੀ ਆਮਦਨ ਦੇ ਹੋਰ ਸੋਮੇ ਕਿਹੜੇ-ਕਿਹੜੇ ਸਨ। ਜ਼ਮੀਨ ਤੋਂ ਪ੍ਰਾਪਤ ਹੋਣ ਵਾਲਾ ਮਾਲੀਆ ਰਿਆਸਤ ਵਿੱਚ ਕੁੱਲ ਆਮਦਨ ਦਾ ਸਿਰਫ 39% ਹੀ ਸੀ। ਬਾਕੀ ਆਮਦਨ ਹੋਰ ਸਾਧਨਾਂ ਤੋਂ ਆਉਂਦੀ ਸੀ, ਜਿਵੇਂ ਕਿ ਜ਼ਗੀਰਦਾਰੀ ਟੈਕਸ, ਅਫੀਮ, ਚਰਸ, ਭੰਗ, ਭੁੱਕੀ ਅਤੇ ਨਸ਼ੀਲੀਆਂ ਚੀਜ਼ਾਂ ਵੇਚਣ ਦਾ ਠੇਕਾ। ਉਪਰੋਕਤ ਸਾਲ ਦੀ ਆਮਦਨ ਲਗਭਗ 23,895 ਰੁਪਏ ਸੀ। ਇਸੇ ਸਾਲ ਸ਼ਰਾਬ 'ਤੇ ਲਾਏ ਆਬਕਾਰੀ ਟੈਕਸ ਤੋਂ 96,615 ਰੁਪਏ ਦੀ ਆਮਦਨ ਹੋਈ। ਇਸ ਤੋਂ ਇਲਾਵਾ ਸਰਕਾਰੀ ਪੇਪਰਾਂ 'ਤੇ ਲੱਗਣ ਵਾਲੀਆਂ ਟਿਕਟਾਂ ਤੋਂ 47,877 ਰੁਪਏ ਦੀ ਆਮਦਨ ਪ੍ਰਾਪਤ ਹੋਈ। ਕੋਟਕਪੂਰੇ ਅਤੇ ਫਰੀਦਕੋਟ ਦੀਆਂ ਚੁੰਗੀਆਂ ਤੋਂ 40,166 ਰੁਪਏ ਦੀ ਪ੍ਰਾਪਤੀ ਹੋਈ। ਰਿਆਸਤ ਫਰੀਦਕੋਟ ਦੀ ਆਮਦਨ ਦੇ ਕੁਝ ਹੋਰ ਸੋਮੇ ਸਨ, ਜਿਵੇਂ ਖੇਤੀਬਾੜੀ, ਫਾਰਮ, ਬਾਗ ਅਤੇ ਬੀੜ ਰਜਿਸਟ੍ਰੇਸ਼ਨ ਫੀਸਾਂ, ਪਸ਼ੂ ਮੇਲੇ, ਛੱਪੜ, ਮਕਾਨਾਂ ਦੇ ਕਿਰਾਏ, ਜੁਰਮਾਨੇ ਆਦਿ। ਰਿਆਸਤ ਵਿੱਚ ਇੱਕ ਹੋਰ ਅਜੀਬ ਪ੍ਰਥਾ ਸੀ, ਜਿਸ ਮੁਤਾਬਕ ਵਿਆਹ ਵਾਲੇ ਮੁੰਡੇ ਨੂੰ ਰਾਜਾ ਨੂੰ 4.25 ਰੁਪਏ ਦੇਣੇ ਪੈਂਦੇ ਸਨ, ਜਿਸ ਵਿੱਚੋਂ 1.25 ਰੁਪਏ ਰਿਆਸਤ ਦੇ ਖਜ਼ਾਨੇ ਵਿੱਚ ਜਮ੍ਹਾਂ ਹੋ ਜਾਂਦੇ ਸਨ ਅਤੇ ਬਾਕੀ ਰਾਜ ਪੁਰੋਹਿਤ, ਨਾਈ, ਮਰਾਸੀ ਵਿਚਕਾਰ ਵੰਡ ਦਿੱਤੇ ਜਾਂਦੇ ਸਨ। 1914-15 ਦੌਰਾਨ ਰਿਆਸਤ ਦੀ ਕੁੱਲ ਆਮਦਨ 9,96,155 ਰੁਪਏ ਸੀ। ਸਾਲ 1917-18 ਵਿੱਚ 10 ਲੱਖ ਰੁਪਏ ਤੱਕ ਤਕਰੀਬ ਹੋ ਗਈ। ਸੰਨ 1937-38 ਵਿੱਚ 18 ਲੱਖ ਸੀ, ਪਰ 1943-44 ਵਿੱਚ 17 ਲੱਖ ਰੁਪਏ ਰਹਿ ਗਈ। ਫਰੀਦਕੋਟ ਰਿਆਸਤ ਨੇ ਕਦੇ ਵੀ ਆਪਣੇ ਨਾਂ ਦਾ ਕੋਈ ਵੀ ਸਿੱਕਾ ਜਾਰੀ ਨਹੀਂ ਕੀਤਾ। ਉਜਰਤਾਂ ਅਤੇ ਕੀਮਤਾਂ। 1915 ਵਿੱਚ ਰਿਆਸਤ ਵਿੱਚ ਕੀਮਤਾਂ ਤੇ ਉਜਰਤਾਂ ਇਸ ਤਰ੍ਹਾਂ ਸਨ। ਗਾਂ ਦੀ ਕੀਮਤ 35 ਰੁਪਏ ਸੀ, ਮੱਝ ਦੀ ਕੀਮਤ 70 ਰੁਪਏ ਸੀ, ਊਠ 100 ਰੁਪਏ ਦਾ ਸੀ, ਬਲਦ ਦੀ ਕੀਮਤ 70 ਰੁਪਏ ਸੀ, ਝੋਟਾ ਜਿਹੜਾ 12 ਰੁਪਏ ਦਾ ਮਿਲ ਜਾਂਦਾ ਸੀ, ਬੱਕਰਾ 4 ਤੋਂ 5 ਰੁਪਏ ਦਾ ਮਿਲਦਾ ਸੀ, ਗਧਾ 15 ਰੁਪਏ ਦਾ ਅਤੇ ਪੇਟ 3 ਤੋਂ 4 ਰੁਪਏ ਦੀ ਮਿਲ ਜਾਂਦੀ ਸੀ।
ਅਤੇ ਇਸ ਤੋਂ ਇਲਾਵਾ ਆਮ ਗੱਡਾ ਜਿਸ ਵਿੱਚ ਲੋਹੇ ਦਾ ਸਮਾਨ ਲੱਗਿਆ ਹੁੰਦਾ ਸੀ 50 ਤੋਂ 60 ਰੁਪਏ ਦਾ ਵਿਕ ਜਾਂਦਾ ਸੀ। ਪਰ ਜੇਕਰ ਇਸ ਵਿੱਚ ਹੋਰ ਵੀ ਮਹਿੰਗੀਆਂ ਧਾਤਾਂ ਦਾ ਸਮਾਨ ਲਾ ਕੇ ਇਸ ਦੀ ਕੀਮਤ ਦੁੱਗਣੀ ਤੋਂ ਤਿੱਗਣੀ ਹੋ ਜਾਂਦੀ ਸੀ। ਉਪਰੋਕਤ ਵਸਤਾਂ ਦੀ ਕੀਮਤ ਵਰਤਮਾਨ ਕੀਮਤਾਂ ਨਾਲੋਂ ਤੁਲਨਾ ਅਸੀਂ ਵੱਖ-ਵੱਖ ਜਮਾਤਾਂ ਦੇ ਲੋਕਾਂ ਦੀ ਆਮਦਨ ਤੋਂ ਲਾ ਸਕਦੇ ਹਾਂ। ਆਮ ਮਜ਼ਦੂਰ ਦੀ ਦਿਹਾੜੀ 4 ਆਨੇ ਸੀ। 4 ਤੋਂ 8 ਆਨੇ ਤੱਕ ਮਜ਼ਦੂਰ ਜਿਹੜਾ ਵਾ ਖੇਤ ਦੀ ਮਜ਼ਦੂਰੀ ਲੈ ਕੇ ਕਮਾਈ ਕਰਦਾ ਸੀ। ਸੀਰੀ ਨੂੰ ਰੋਟੀ ਤੋਂ ਇਲਾਵਾ ਫਸਲ ਦਾ 5ਵਾਂ ਹਿੱਸਾ ਵੀ ਮਿਲਦਾ ਸੀ। ਫਰੀਦਕੋਟ ਸ਼ਹਿਰ ਵਿੱਚ ਰਾਜ ਮਿਸਤਰੀ ਅਤੇ ਤਰਖਾਣ ਦੀ ਦਿਹਾੜੀ 12 ਆਨੇ ਤੋਂ 1.25 ਰੁਪਏ ਸੀ। ਰਿਆਸਤ ਦੇ ਪਬਲਿਕ ਵਰਕਸ ਡਿਪਾਰਟਮੈਂਟ ਵੱਲੋਂ ਕੰਮ 'ਤੇ ਲਾਏ ਬਨਹਾਰ ਦਿਹਾੜੀਦਾਰ ਨੂੰ ਪ੍ਰਤੀ ਦਿਨ 5 ਤੋਂ 6 ਆਨੇ ਮਿਲਦੇ ਸਨ। ਖੁੱਡੀ ਬੁਣਨ ਵਾਲੇ ਨੂੰ 20 ਗਜ ਖੱਦਰ ਜਾਂ 12 ਗਜ ਸੂਤੀ ਕੱਪੜਾ ਬੁਣਨ ਦਾ 1 ਰੁਪਈਆ ਮਿਲਦਾ ਸੀ। ਮੱਧ ਦਰਜੇ ਦੇ ਕਲਰਕ ਦੀ ਮਾਸਿਕ ਤਨਖਾਹ 20 ਰੁਪਏ ਸੀ, ਜਿਸ ਵਿੱਚੋਂ ਉਹ 14 ਰੁਪਏ ਖਾਣ ਪੀਣ 'ਤੇ ਖਰਚ ਦਿੰਦਾ ਸੀ ਅਤੇ 5 ਰੁਪਏ ਨਾਲ ਉਹ ਕੱਪੜੇ ਲੀੜੇ ਆਪਦੇ ਲੈਂਦਾ ਸੀ। ਬਾਕੀ ਹੋਰ ਖਰਚੇ ਲਈ ਸਿਰਫ 1 ਰੁਪਈਆ ਬਚਦਾ ਸੀ। ਬੇਜ਼ਮੀਨਾ ਮਜ਼ਦੂਰ 10 ਰੁਪਏ ਮਹੀਨਾ ਕੁ ਕਮਾ ਲੈਂਦਾ ਸੀ, ਦਿਹਾੜੀਦਾਰ ਕਹਿ ਸਕਦੇ ਹਾਂ। ਇਸ ਦੀ ਤੁਲਨਾ ਵਿੱਚ ਹੋਰ ਸਾਰੀਆਂ ਰਾਜਾਸ਼ਾਹੀ ਸਟੇਟਾਂ ਵਾਂਗੂ ਸ਼ਾਹੀ ਪਰਿਵਾਰਾਂ 'ਤੇ ਬੇਹਿਸਾਬਾ ਖਰਚਾ ਹੁੰਦਾ ਸੀ। ਇਸ ਦੀ ਇੱਕੋ ਇੱਕ ਉਦਾਹਰਨ ਹੀ ਕਾਫੀ ਹੈ ਕਿ ਰਾਜਾ ਬ੍ਰਿਜਿੰਦਰ ਸਿੰਘ ਯਾਨੀ ਕਿ ਰਾਜਾ ਬਰਜਿੰਦਰ ਸਿੰਘ ਦੇ ਵਿਆਹ ਉੱਤੇ ਕੁੱਲ ਉਹਨਾਂ ਸਮਿਆਂ ਦੇ ਵਿੱਚ 12 ਲੱਖ ਰੁਪਏ ਖਰਚ ਕੀਤੇ ਗਏ ਸਨ। ਇਹ ਸੀ ਅੱਜ ਦਾ ਇਤਿਹਾਸ। ਤੁਸੀਂ ਜਿਹੜਾ ਪੜ੍ਹਿਆ ਇਸ ਚੈਪਟਰ 'ਚ ਸਮਾਜਿਕ ਅਤੇ ਆਰਥਿਕ ਹਾਲਾਤ ਰਾਜਾ ਬ੍ਰਿਜਿੰਦਰ ਸਿੰਘ ਦੇ ਸਮੇਂ ਦੇ। ਅਗਲੀ ਜਾਣਕਾਰੀ ਅਸੀਂ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਦਿਆਂਗੇ। ਵੀਡੀਓ 'ਤੇ ਪਹਿਲੀ ਵਾਰੀ ਆਏ ਹੋ ਤਾਂ ਲਾਈਕ ਸਬਸਕ੍ਰਾਈਬ ਕਰਿਓ। ਅਗਲੇ ਚੈਪਟਰ ਦੇ ਵਿੱਚ ਅਸੀਂ ਤੁਹਾਨੂੰ ਇਤਿਹਾਸਿਕ ਸ਼ਾਹੀ ਇਮਾਰਤਾਂ ਦੇ ਬਾਰੇ ਚਾਨਣਾ ਪਾਵਾਂਗੇ ਅਤੇ ਨਾਲ ਤੁਹਾਨੂੰ ਅਸੀਂ ਉਹਨਾਂ ਇਮਾਰਤਾਂ ਦੀ ਫੋਟੋ, ਮੈਪ, ਨਕਸ਼ੇ ਸਾਰੇ ਜਾਰੀ ਕਰਾਂਗੇ। ਧੰਨਵਾਦ।